BA1 ਅਸੀਂ ਬੇਟਾ ਪਿਛਲੇ ਚੈਪਟਰਸ 'ਚ ਪੜ੍ਹਿਆ ਸੋਸ਼ਲ ਕੰਟਰੈਕਟ ਥਿਊਰੀ ਹੈ ਨਾ। ਪਹਿਲਾਂ ਪੜ੍ਹਿਆ ਸੀ ਸਟੇਟ ਦੇ ਕਿਹੜੇ ਕਿਹੜੇ ਐਲੀਮੈਂਟ ਨੇ, ਫਿਰ ਆਪਾਂ ਪੜ੍ਹਿਆ ਕਿ ਸਟੇਟ ਕਿਵੇਂ ਬਣੀ ਹੈ ਨਾ, ਜਿਹਦੀਆਂ ਦੋ ਥਿਊਰੀਜ਼ ਪੜ੍ਹੀਆਂ, ਸੋਸ਼ਲ ਕੰਟਰੈਕਟ ਥਿਊਰੀ ਜਿਹਦੇ ਵਿੱਚ ਹੌਬਸ ਲੌਕ ਰੂਸੋ ਦੀ ਬਾਰੇ ਪੜ੍ਹਿਆ, ਜਿਹੜੇ ਇਹ ਕਹਿੰਦੇ ਨੇ ਕਿ ਜਿਹੜੀ ਸਟੇਟ ਹੈ ਉਹ ਮੈਨ ਮੇਡ ਇੰਸਟੀਟਿਊਸ਼ਨ ਹੈ। ਠੀਕ ਹੈ, ਇੱਕ ਪੜ੍ਹੀ ਆਪਾਂ ਥਿਊਰੀ ਪੜ੍ਹੀ ਸੋਸ਼ਲ ਐਵੋਲਿਊਸ਼ਨਰੀ ਥਿਊਰੀ, ਵਿਕਾਸਵਾਦੀ, ਕਿ ਨਹੀਂ ਇਹ ਆਦਮੀ ਨੇ ਨਹੀਂ ਬਣਾਈ ਬਲਕਿ ਇਸ ਦਾ ਹੌਲੀ ਹੌਲੀ ਵਿਕਾਸ ਹੋਇਆ। ਨਾਓ ਬੇਟਾ ਸਟੇਟ ਦੇ ਕੌਨਸੈਪਟ ਦੇ ਵਿੱਚ ਸਟੇਟ ਸੰਬੰਧੀ ਵਿਚਾਰਾਂ ਵਿੱਚ ਵੱਖਰੇ ਵੱਖਰੇ ਜਿਹੜੇ ਹੈਗੇ ਨੇ ਵਿਊ ਆਫ ਪੁਆਇੰਟ ਸਾਹਮਣੇ ਆਏ। ਠੀਕ ਹੈ ਕਿ ਠੀਕ ਹੈ ਬਣ ਗਈ ਸਟੇਟ, ਲੇਕਿਨ ਸਟੇਟ ਕੀ ਹੈ, ਕੀ ਇਹਦੇ ਕੰਮ ਨੇ, ਕਿਸ ਤਰ੍ਹਾਂ ਕੰਮ ਕਰਦੀ ਹੈ, ਕੀ ਇਹਦੇ ਫੰਕਸ਼ਨਸ ਨੇ, ਇਹਦੇ ਬਾਰੇ ਹਰ ਇੱਕ ਜਿਹੜੇ ਥਿਊਰੀ ਹੈ ਉਹ ਡਿਫਰੈਂਟ ਹੈ, ਸਭ ਦੇ ਵਿਊ ਪੁਆਇੰਟ ਵੱਖਰੇ ਵੱਖਰੇ ਨੇ। ਤਾਂ ਸਟੇਟ ਸੰਬੰਧੀ ਥਿਊਰੀਜ਼ ਜਿਹੜੀਆਂ ਹੈਗੀਆਂ ਰਾਜ ਸੰਬੰਧੀ ਕਈ ਵਿਚਾਰ ਸਾਹਮਣੇ ਆਉਂਦੇ ਨੇ, ਜਿਨ੍ਹਾਂ ਵਿੱਚੋਂ ਮੇਨ ਹੈ ਉਦਾਰਵਾਦੀ, ਮਾਰਕਸਵਾਦੀ ਅਤੇ ਗਾਂਧੀਵਾਦੀ ਦ੍ਰਿਸ਼ਟੀਕੋਣ। ਸਭ ਤੋਂ ਪਹਿਲਾਂ ਬੇਟਾ ਉਦਾਰਵਾਦੀ, ਮਾਰਕਸਵਾਦੀ ਅਤੇ ਗਾਂਧੀਵਾਦ ਦ੍ਰਿਸ਼ਟੀਕੋਣ। ਲਿਬਰਲ ਵਿਊ ਆਫ ਪੁਆਇੰਟ, ਮਾਰਕਸਿਸਟ ਵਿਊ ਆਫ ਪੁਆਇੰਟ ਐਂਡ ਦੀ ਗਾਂਧੀਅਨ ਵਿਊ ਆਫ ਪੁਆਇੰਟ। ਸਭ ਤੋਂ ਪਹਿਲਾਂ ਜਿਹੜਾ ਆਪਾਂ ਪੜ੍ਹਾਂਗੇ ਉਹ ਹੈ ਲਿਬਰਲ ਵਿਊ ਆਫ ਪੁਆਇੰਟ। ਲਿਬਰਲ ਦਾ ਮਤਲਬ ਕੀ ਹੁੰਦਾ ਬੇਟਾ? ਉਦਾਰਵਾਦੀ। ਲਿਬਰਲ ਮੀਨਸ ਖੁੱਲ੍ਹਾ ਛੱਡ ਦੇਣਾ, ਆਜ਼ਾਦ ਛੱਡ ਦੇਣਾ, ਲਿਬਰਟੀ। ਲਿਬਰਲ ਮੀਨਸ ਲਿਬਰਟੀ ਹੈ ਨਾ। ਜਿਹੜੇ ਉਦਾਰਵਾਦ ਦੇ ਜਿਹੜੇ ਫਾਰਮ ਆਫ ਲਿਬਰਲਿਜ਼ਮ, ਦੇਰ ਇਜ਼ ਦਾ ਟੂ ਟਾਈਪ। ਪਹਿਲਾਂ ਆਪਾਂ ਉਦਾਰਵਾਦੀ ਦ੍ਰਿਸ਼ਟੀਕੋਣ ਕਰਾਂਗੇ। ਉਦਾਰਵਾਦੀ ਦ੍ਰਿਸ਼ਟੀਕੋਣ ਦੋ ਤਰ੍ਹਾਂ ਦਾ ਹੈ ਬੇਟਾ, ਦੇਰ ਆਰ ਟੂ ਫਾਰਮਸ ਆਫ ਦੀ ਉਦਾਰਵਾਦੀ ਜਾਂ ਲਿਬਰਲ ਥਿਊਰੀ ਦ੍ਰਿਸ਼ਟੀਕੋਣ। ਵਨ ਇਜ਼ ਦਾ ਕਲਾਸੀਕਲ ਐਂਡ ਅਦਰ ਇਜ਼ ਦਾ ਮੋਡਰਨ, ਟ੍ਰੈਡੀਸ਼ਨਲ ਜਾਂ ਕੰਟੈਂਪਰਰੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਪੁਰਾਤਨ ਜਾਂ ਪਰੰਪਰਾਵਾਦੀ ਉਦਾਰਵਾਦ, ਆਧੁਨਿਕ ਜਾਂ ਸਮਕਾਲੀ ਉਦਾਰਵਾਦ। ਸਭ ਤੋਂ ਪਹਿਲਾਂ ਆਉਂਦਾ ਬੇਟਾ ਪੁਰਾਤਨ ਅਤੇ ਪਰੰਪਰਾਵਾਦੀ ਉਦਾਰਵਾਦ। ਕਲਾਸੀਕਲ ਲਿਬਰਲਿਜ਼ਮ। ਕਲਾਸੀਕਲ ਲਿਬਰਲਿਜ਼ਮ ਦੇ ਜਿੰਨੇ ਵੀ ਸਮਰਥਕ ਨੇ ਉਹ ਇਹ ਕਹਿੰਦੇ ਨੇ ਕਿ ਵਿਅਕਤੀਵਾਦੀ ਵਿਚਾਰਾਂ ਦੇ ਸਮਰਥਕ ਨੇ। ਇਹ ਕਹਿੰਦੇ ਨੇ ਇਸ ਲਈ ਇਹ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾਵਾਂ ਦਿੱਤੇ ਜਾਣ ਦੇ ਪੱਖ ਦੇ ਵਿੱਚ ਹੈ। ਇਹ ਕਹਿੰਦੇ ਨੇ ਕਿ ਰਾਜ ਉਹ ਚੰਗਾ ਜਿਹੜਾ ਘੱਟ ਤੋਂ ਘੱਟ ਸ਼ਾਸਨ ਕਰੇ। ਰਾਜ ਇੱਕ ਆਵਸ਼ਕ ਬੁਰਾਈ ਹੈ, ਠੀਕ ਹੈ, ਜਿਸ ਦਾ ਕੰਮ ਸਿਰਫ ਔਰ ਸਿਰਫ ਵਿਅਕਤੀ ਦੇ ਬਾਹਰੀ ਜੀਵਨ ਨੂੰ ਫੁਲਫਿਲ ਕਰਨਾ ਹੈ, ਮਤਲਬ ਬਾਹਰੀ ਜੀਵਨ ਨਾਲ ਸੰਬੰਧਿਤ ਹੈ। ਜਿਹੜਾ ਵਿਅਕਤੀ ਹੈ ਉਹ ਸਭ ਤੋਂ ਜ਼ਿਆਦਾ ਉਹਨੂੰ ਖੁੱਲ੍ਹਾ ਰਹਿਣ ਦੇਣਾ ਚਾਹੀਦਾ, ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਿਮਿਟੇਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਇਹ ਲੋਕ ਜਿਹੜੇ ਪੁਰਾਣੇ ਉਦਾਰਵਾਦੀ ਨੇ ਇਹ ਕਹਿੰਦੇ ਨੇ ਕਿ ਸਟੇਟ ਇੱਕ ਆਵਸ਼ਕ ਬੁਰਾਈ ਹੈ ਜੋ ਵਿਅਕਤੀ ਦੇ ਮਾਮਲਿਆਂ ਦੇ ਵਿੱਚ ਇੰਟਰਫੇਅਰ ਕਰਕੇ ਉਹਦੀ ਜਿਹੜੀ ਸੁਤੰਤਰਤਾ ਹੈ ਉਸਨੂੰ ਭੰਗ ਕਰਦੀ ਹੈ। ਠੀਕ ਹੈ, ਇਹਦੇ ਬੇਟਾ ਤਿੰਨ ਸਮਰਥਕ ਤੁਸੀਂ ਕੋਈ ਵੀ ਲਿਖ ਲਿਓ ਕਿਹੜੇ ਨੇ, ਜੌਨ ਲੌਕ, ਹਰਬਰਟ ਸਪੈਂਸਰ ਅਤੇ ਐਡਮ ਸਮਿਥ ਇਹਦੇ ਸਮਰਥਕ ਨੇ। ਠੀਕ ਹੈ, ਆਧੁਨਿਕ ਜਾਂ ਸਮਕਾਲੀ ਉਦਾਰਵਾਦ। ਲੇਕਿਨ ਅੱਜ ਦੇ ਉਦਾਰਵਾਦ, ਜਦੋਂ ਪੁਰਾਤਨ ਉਦਾਰਵਾਦ ਨੇ ਕਿਹਾ ਕਿ ਵਿਅਕਤੀ ਨੂੰ ਖੁੱਲ੍ਹਾ ਛੱਡ ਦਿਓ, ਇਹਨੂੰ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦੀਆਂ ਲਿਮਿਟੇਸ਼ਨਸ ਨਾ ਲਗਾਓ, ਤਾਂ ਉਸਦੇ ਬਹੁਤ ਸਾਰੇ ਜਿਹੜੇ ਭਿਆਨਕ ਨਤੀਜੇ ਸੀ ਉਹ ਸਾਹਮਣੇ ਆਏ। ਮਜ਼ਦੂਰਾਂ ਤੋਂ ਵੱਧ ਕੰਮ ਲਿੱਤਾ ਗਿਆ, 18 ਘੰਟੇ ਉਹਨਾਂ ਤੋਂ ਕੰਮ ਕਰਵਾ ਕੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ। ਸੋ ਇਹਨਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਕੁਝ ਮੋਡੀਫਿਕੇਸ਼ਨ ਕੀਤੀਆਂ, ਜਿਸ ਨੂੰ ਅਸੀਂ ਕਹਿੰਦੇ ਹਾਂ ਸਮਕਾਲੀ ਜਾਂ ਫਿਰ ਮਾਡਰਨ ਜਾਂ ਕੰਟੈਂਪਰਰੀ ਲਿਬਰਲਿਜ਼ਮ। ਇਹਨਾਂ ਨੇ ਕਿਹਾ ਕਿ ਰਾਜ ਦੁਆਰਾ ਵਿਅਕਤੀ ਦੇ ਵਿਕਾਸ ਲਈ ਕਿਰਿਆਸ਼ੀਲ ਭੂਮਿਕਾ ਨਿਭਾਈ ਜਾਣ ਦੇ ਸਮਰਥਕ ਸਨ। ਠੀਕ ਹੈ, ਸਮਕਾਲੀ ਜਾਂ ਆਧੁਨਿਕ ਉਦਾਰਵਾਦੀ ਰਾਜ ਨੂੰ ਸਮਾਜਿਕ ਅਤੇ ਨੈਤਿਕ ਸੰਸਥਾ ਮੰਨਦੇ ਹਨ ਅਤੇ ਉਹਨਾਂ ਦਾ ਵਿਚਾਰ ਹੈ ਕਿ ਸਮਾਜਿਕ ਕ੍ਰਾਂਤੀ ਕੇਵਲ ਰਾਜ ਦੁਆਰਾ ਹੀ ਕਾਇਮ ਕੀਤੀ ਜਾ ਸਕਦੀ ਹੈ, ਕਿ ਸਟੇਟ ਦੇ ਵਿੱਚ ਅਗਰ ਇਕੁਆਲਿਟੀ ਆ ਸਕਦੀ ਹੈ, ਸਟੇਟ ਦੇ ਵਿੱਚ ਅਗਰ ਲਿਬਰਲਿਜ਼ਮ ਆ ਸਕਦਾ ਹੈ, ਸਟੇਟ ਦੇ ਵਿੱਚ ਅਗਰ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਮਿਲ ਸਕਦੇ ਨੇ, ਤਾਂ ਸਿਰਫ ਔਰ ਸਿਰਫ ਕਿਹਦੇ ਕਰਕੇ? ਸਟੇਟ ਕਰਕੇ ਹੀ ਮਿਲ ਸਕਦੇ ਨੇ। ਪਹਿਲਾਂ ਕਹਿੰਦੇ ਨੇ ਰਾਜ ਆਵਸ਼ਕ ਬੁਰਾਈ ਹੈ, ਲੇਕਿਨ ਇਹ ਕਹਿੰਦਾ ਹੈ ਕਿ ਠੀਕ ਹੈ ਸਟੇਟ ਜਿਹੜਾ ਹੈਗਾ, ਸਟੇਟ ਹੀ ਇੱਕ ਜ਼ਰੀਆ ਹੈ, ਸਟੇਟ ਹੀ ਇੱਕ ਯੰਤਰ ਹੈ ਜਿਹੜਾ ਵਿਅਕਤੀ ਦੇ ਲਈ ਇਹੋ ਜਿਹਾ ਐਟਮੋਸਫੇਅਰ ਪੈਦਾ ਕਰ ਸਕਦਾ ਹੈ ਜੋ ਉਹਨਾਂ ਦੇ ਵਿਕਾਸ ਦੇ ਲਈ ਜ਼ਰੂਰੀ ਹੋਏਗਾ, ਹੈ ਨਾ। ਨਾਓ ਉਦਾਰਵਾਦੀਆਂ ਦੇ ਰਾਜ ਸੰਬੰਧੀ ਮੁੱਖ ਵਿਚਾਰ ਕਿਹੜੇ ਕਿਹੜੇ ਨੇ? ਨੰਬਰ 1, ਰਾਜ ਮਨੁੱਖਾਂ ਦੁਆਰਾ ਬਣਾਈ ਗਈ ਸੰਸਥਾ ਹੈ। ਲਿਬਰਲਿਜ਼ਮ ਕਹਿੰਦੇ ਨੇ ਸਟੇਟ ਇਜ਼ ਦਾ ਮੈਨ ਮੇਡ ਇੰਸਟੀਟਿਊਸ਼ਨ। ਕਿਸ ਨੇ ਬਣਾਈ? ਲੋਕਾਂ ਨੇ ਬਣਾਈ ਹੈ। ਕਿਸ ਕਰਕੇ ਬਣਾਈ ਹੈ? ਕਿ ਤਾਂ ਕਿ ਉਹ ਆਪਣੇ ਜੀਵਨ ਦਾ ਵਿਕਾਸ ਕਰ ਸਕਣ ਔਰ ਸਟੇਟ ਉਹਨਾਂ ਦੀ ਰੱਖਿਆ ਕਰ ਸਕੇ, ਹੈ ਨਾ। ਉਸ ਤੋਂ ਬਾਅਦ ਆਉਂਦਾ ਹੈ ਰਾਜ ਅਤੇ ਸਮਾਜ ਵਿੱਚ ਅੰਤਰ। ਇਹ ਕਹਿੰਦੇ ਨੇ ਕਿ ਦੇਅਰ ਇਜ਼ ਦਾ ਹਿਊਜ ਡਿਫਰੈਂਸ ਬਿਟਵੀਨ ਸਟੇਟ ਐਂਡ ਸੁਸਾਇਟੀ, ਕਿਉਂਕਿ ਸਭ ਤੋਂ ਪਹਿਲਾਂ ਸੁਸਾਇਟੀ ਆਈ ਹੈ, ਸੁਸਾਇਟੀ ਤੋਂ ਬਾਅਦ ਰਾਜ ਬਣਿਆ ਹੈ। ਠੀਕ ਹੈ, ਔਰ ਸਮਾਜ ਜਿਹੜਾ ਹੈਗਾ ਉਹ ਰਾਜ ਨਾਲੋਂ ਪੁਰਾਣਾ ਹੈ। ਰਾਜ ਪ੍ਰਭੂ ਸੱਤਾ ਸੰਪੰਨ ਹੁੰਦਾ ਹੈ, ਲੇਕਿਨ ਸਮਾਜ ਨਹੀਂ। ਆਪਾਂ ਪਿੱਛੇ ਪੜ੍ਹਿਆ ਸੀਗਾ ਨਾ ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਸਟੇਟ ਐਂਡ ਸੁਸਾਇਟੀ, ਉਹਦੇ ਵਿੱਚ ਕੁਝ ਕੁ ਡਿਫਰੈਂਸ ਤੁਸੀਂ ਚੱਕ ਕੇ ਇਸ ਪੁਆਇੰਟ ਦੇ ਵਿੱਚ ਲਿਖਣੇ ਨੇ। ਉਸ ਤੋਂ ਬਾਅਦ ਸਟੇਟ ਇਜ਼ ਦਾ ਨੈਸੈਸਰੀ ਈਵਲ। ਹੁਣ ਇੱਥੇ ਗੱਲ ਹੈ ਕਿ ਰਾਜ ਆਵਸ਼ਕ ਬੁਰਾਈ ਹੈ। ਆਵਸ਼ਕ ਕਿਉਂ ਹੈ? ਕਿਉਂਕਿ ਇਹ ਵਿਅਕਤੀ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ, ਔਰ ਬੁਰਾਈ ਇਸ ਕਰਕੇ ਕਿਉਂਕਿ ਵਿਅਕਤੀ ਦੇ ਮਾਮਲਿਆਂ ਦੇ ਵਿੱਚ ਇਹ ਇੰਟਰਫੇਅਰ ਵੀ ਕਰਦਾ ਹੈ। ਆਵਸ਼ਕ ਬੁਰਾਈ ਹੈ ਨਾ।
ਉਸ ਤੋਂ ਬਾਅਦ ਹੈ ਸਟੇਟ ਇਜ਼ ਦ ਐਸੋਸੀਏਸ਼ਨਸ ਲਾਈਕ ਦ ਅਦਰ ਐਸੋਸੀਏਸ਼ਨ। ਰਾਜ ਬਾਕੀ ਸੰਸਥਾਵਾਂ ਦੀ ਤਰ੍ਹਾਂ ਹੀ ਇੱਕ ਸੰਸਥਾ ਹੈ। ਹੁਣ ਉਦਾਰਵਾਦੀ ਮੰਨਦੇ ਨੇ ਕਿ ਜਿਵੇਂ ਬਾਕੀ ਇੰਸਟੀਟਿਊਸ਼ਨਸ ਨੇ, ਜਿਵੇਂ ਬਾਕੀ ਕੋਈ ਪ੍ਰੈਸ਼ਰ ਗਰੁੱਪ ਹੈ, ਕੋਈ ਮਜ਼ਦੂਰ ਸੰਘ ਹੈ, ਕੋਈ ਹੋਰ ਮਹਿਲਾ ਵਿਕਾਸ ਸੰਘ ਹੈ, ਉਹਨਾਂ ਸੰਘਾਂ ਦੀ ਤਰ੍ਹਾਂ ਹੀ ਸਟੇਟ ਵੀ ਇੱਕ ਸੰਘ ਹੈ ਜਿਹੜਾ ਕਿ ਵਿਅਕਤੀ ਨੇ ਬਣਾਇਆ ਹੈ। ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਰਾਜ ਉਦੇਸ਼ ਹੈ, ਸਾਧਨ ਨਹੀਂ। ਸਟੇਟ ਇਜ਼ ਨਾਟ ਐਨ ਐਂਡ ਬਟ ਅ ਮੀਨਸ। ਉਦਾਰਵਾਦੀਆਂ ਦਾ ਵਿਚਾਰ ਹੈ ਕਿ ਰਾਜ ਦਾ ਨਿਰਮਾਣ ਵਿਅਕਤੀ ਦੇ ਆਪਣੀ ਲੋੜਾਂ ਕਰਕੇ ਹੀ ਕੀਤਾ ਹੈ, ਇਸ ਲਈ ਰਾਜ ਕਦੀ ਵੀ ਉਦੇਸ਼ ਨਹੀਂ ਬਣ ਸਕਦਾ। ਸਿਰਫ ਔਰ ਸਿਰਫ ਰਾਜ ਸਟੇਟ ਇੱਕ ਜ਼ਰੀਆ ਹੈ ਜਿਸ ਦੇ ਕਾਰਨ ਇੱਕ ਇਹੋ ਜਿਹਾ ਐਟਮੋਸਫੇਅਰ ਪੈਦਾ ਹੁੰਦਾ ਹੈ ਜਿਹਦੇ ਵਿੱਚ ਵਿਅਕਤੀ ਆਪਣੀ ਸੁਤੰਤਰਤਾਵਾਂ ਨੂੰ ਮਾਣ ਸਕਦਾ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਬੇਟਾ ਸਟੇਟ ਇਜ਼ ਐਨ ਇੰਸਟਰੂਮੈਂਟ ਆਫ ਰੀਕਲੋਨਾਈਜੇਸ਼ਨਸ ਆਫ ਕਨਫਲਿਕਟ ਇੰਟਰਸਟ। ਰਾਜ ਵਿਰੋਧੀ ਹਿੱਤਾਂ ਵਿੱਚ ਸੁਮੇਲਤਾ ਪੈਦਾ ਕਰਨ ਦਾ ਯੰਤਰ ਹੈ ਕਿ ਰਾਜ ਦੇ ਵਿੱਚ ਰਹਿ ਕੇ ਹਰ ਇੱਕ ਵਿਅਕਤੀ ਇੱਕ ਦੂਜੇ ਦੇ ਨਾਲ ਇਕਸਾਰ ਹੋ ਕੇ ਰਹਿ ਸਕਦਾ ਹੈ। ਵਿਰੋਧੀ ਹਿੱਤ ਮੀਨਸ ਜਿਹੜੇ ਆਪਸ ਦੇ ਵਿੱਚ ਓਪੋਜੀਸ਼ਨਸ ਪਾਰਟੀ ਹੁੰਦੀਆਂ ਨੇ ਉਹਨਾਂ ਨੂੰ ਇੱਕ ਸਿੰਗਲ ਲੈਵਲ ਦੇ ਉੱਤੇ ਲਿਆ ਕੇ ਖੜਾ ਕਰਦਾ ਹੈ। ਸਟੇਟ ਇਜ਼ ਅ ਪ੍ਰੋਟੈਕਟਰ ਆਫ ਰਾਈਟ। ਰਾਜ ਅਧਿਕਾਰਾਂ ਦਾ ਰੱਖਿਅਕ ਹੈ। ਸਮਝ ਆ ਗਈ ਕਿਉਂ ਆਵਸ਼ਕ ਹੈ? ਕਿਉਂਕਿ ਸਟੇਟ ਜਿਹੜਾ ਹੈਗਾ ਵਿਅਕਤੀ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਠੀਕ ਹੈ। ਸਟੇਟ ਜੋ ਹੈ ਉਹ ਸਮਾਜਿਕ ਕਲਿਆਣ ਦੀ ਸੰਸਥਾ ਹੈ। ਬੇਟਾ ਜਿਹੜੇ ਤੁਸੀਂ ਪੁਆਇੰਟ ਹੈਡਿੰਗਸ ਲਿਖਦੇ ਹੋ ਨਾ, ਉਹ ਜਿਵੇਂ ਮੈਂ ਐਕਸਪਲੇਨ ਕਰਦੀ ਹਾਂ ਤੁਸੀਂ ਉਸ ਤਰ੍ਹਾਂ ਹੀ ਐਕਸਪਲੇਨ ਕਰਨੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਮਟੀਰੀਅਲ ਲਿਖਿਆ ਹੋਇਆ ਹੈ। ਤਾਂ ਹੀ ਮੈਂ ਤੁਹਾਨੂੰ ਲੈਕਚਰ ਬਣਾ ਕੇ ਸੈਂਡ ਕਰਦੀ ਹਾਂ ਕਿ ਤੁਸੀਂ ਬੁੱਕ ਵਾਲਾ ਐਜ਼ ਇਟ ਇਜ਼ ਨਾ ਲਿਖੋ। ਠੀਕ ਹੈ। ਨਾਓ ਸਟੇਟ ਇਜ਼ ਐਨ ਇੰਸਟੀਟਿਊਸ਼ਨ ਆਫ ਸੋਸ਼ਲ ਵੈਲਫੇਅਰ। ਸਮਾਜ ਇੱਕ ਕਲਿਆਣ ਦੀ ਇੱਕ ਸੰਸਥਾ ਹੈ। ਰਾਜ ਲੋਕਤੰਤਰਿਕ ਸ਼ਾਸਨ ਦੇ ਸਮਰਥਕ ਨੇ। ਠੀਕ ਹੈ ਕਿ ਲੋਕਾਂ ਦੁਆਰਾ, ਲੋਕਾਂ ਦੇ ਲਈ ਔਰ ਲੋਕਾਂ ਦੇ ਵਿੱਚੋਂ ਹੀ ਬਣਾਈ ਗਈ ਸੰਸਥਾ ਹੈ। ਨਾਗਰਿਕ ਦੇ ਰਾਜ ਦੇ ਪ੍ਰਤੀ ਵਫਾਦਾਰੀ ਕਿ ਸਟੇਟ ਨਾਗਰਿਕ ਜਿਹੜੇ ਹੈਗੇ ਨੇ ਉਹ ਸਟੇਟ ਦੇ ਪ੍ਰਤੀ ਆਪਣੀ ਵਫਾਦਾਰੀ ਦਿਖਾਉਣਗੇ। ਕਿਉਂ? ਕਿਉਂਕਿ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ। ਵਿਲ ਨਾਟ ਫੋਰਸ ਵਿਦ ਦ ਬੇਸ ਆਫ ਸਟੇਟ ਕਿ ਇੱਛਾ ਨਾ ਕਿ ਸ਼ਕਤੀ ਰਾਜ ਦਾ ਆਧਾਰ ਹੈ। ਸ਼ਕਤੀ ਕਰਕੇ ਸਟੇਟ ਨਹੀਂ ਬਣਿਆ ਕਿ ਉਹਦੇ ਕੋਲ ਪਾਵਰ ਆ ਗਈ ਤਾਂ ਸਟੇਟ ਬਣ ਗਿਆ। ਨੋ, ਸਟੇਟ ਜਿਹੜੀ ਹੈਗੀ ਆ ਉਦਾਰਵਾਦੀ ਇਹ ਕਹਿੰਦੇ ਨੇ ਕਿ ਇਹ ਤਾਂ ਬਣਿਆ ਕਿਉਂਕਿ ਵਿਅਕਤੀ ਨੇ ਆਪਣੀ ਇੱਛਾ ਜਿਹੜੀ ਹੈਗੀ ਇਸ ਨੂੰ ਬਣਾਉਣ ਦੇ ਲਈ ਜਤਾਈ ਹੈ। ਪਲੂਰਲਿਸਟਿਕ ਨੇਚਰ। ਉਦਾਰਵਾਦੀ ਸਮਰਥਕ ਕਹਿੰਦੇ ਨੇ ਕਿ ਸਮਾਜ ਦਾ ਬਹੁਲਵਾਦ ਹੈ ਕਿ ਸਮਾਜ ਦੇ ਵਿੱਚ ਪਾਏ ਜਾਣ ਵਾਲੇ ਅਲੱਗ-ਅਲੱਗ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ ਕੋਲ ਪਾਵਰਸ ਹੈਗੀਆਂ ਨੇ। ਠੀਕ ਹੈ। ਕਿਸੇ ਇੱਕ ਪਰਸਨ ਕੋਲ ਪਾਵਰ ਨਹੀਂ ਹੈ। ਕਾਨੂੰਨ ਵਿਅਕਤੀ ਦੇ ਸੁਤੰਤਰਤਾਵਾਂ ਨੂੰ ਸੀਮਿਤ ਨਹੀਂ ਕਰਦੇ। ਕਾਨੂੰਨ ਜਿਹੜੇ ਹੈਗੇ ਨੇ ਉਹ ਵਿਅਕਤੀ ਦੀ ਰੱਖਿਆ ਲਈ ਬਣੇ ਗਏ ਨੇ, ਇਸ ਕਰਕੇ ਇਹਨਾਂ ਦੀ ਸੁਤੰਤਰਤਾਵਾਂ ਜਿਹੜੀਆਂ ਹੈਗੀਆਂ ਜਾਂ ਰਾਜ ਦੇ ਦੁਆਰਾ ਬਣਾਏ ਗਏ ਕਾਨੂੰਨਾਂ ਦੁਆਰਾ ਵਿਅਕਤੀ ਦੀ ਸੁਤੰਤਰਤਾਵਾਂ ਜਿਹੜੀਆਂ ਹੈਗੀਆਂ ਉਹ ਕਦੇ ਵੀ ਲਿਮਿਟਡ ਨਹੀਂ ਹੁੰਦੀਆਂ। ਨਾਓ ਵਾਟ ਇਜ਼ ਦ ਕ੍ਰਿਟਿਸਿਜ਼ਮ ਆਫ ਲਿਬਰਲ ਵਿਊ ਆਫ ਪੁਆਇੰਟ ਆਫ ਨੇਚਰ। ਹੁਣ ਰਾਜ ਦੇ ਸਰੂਪ ਸੰਬੰਧੀ ਉਦਾਰਵਾਦ ਦੀ ਆਲੋਚਨਾ। ਨੰਬਰ 1 ਇਕਸਾਰਤਾ ਦੀ ਕਮੀ। ਪਹਿਲਾਂ ਪੁਰਾਤਨ ਉਦਾਰਵਾਦ ਕੁਛ ਹੋਰ ਕਹਿੰਦੇ ਨੇ, ਸਮਕਾਲੀ ਉਦਾਰਵਾਦ ਕੁਛ ਹੋਰ ਕਹਿੰਦਾ ਹੈ। ਸੋ ਇਹਨਾਂ ਦੇ ਵਿਚਾਰਾਂ ਦੇ ਵਿੱਚ ਇਕਸਾਰਤਾ ਨਹੀਂ ਹੈ। ਰਾਜ ਵਿਅਕਤੀ ਦੁਆਰਾ ਬਣਾਈ ਗਈ ਸੰਸਥਾ ਨਹੀਂ ਹੈ। ਇਹ ਕਹਿੰਦੇ ਨੇ ਕਿ ਜਿਹੜਾ ਹੈਗਾ ਸਟੇਟ ਇਜ਼ ਦਾ ਮੈਨ ਮੇਡ ਇੰਸਟੀਟਿਊਸ਼ਨ ਬਟ ਸਮ ਸਪੋਰਟਰਸ ਆਰ ਸੇਜ਼ ਦੈਟ ਨੋ ਸਟੇਟ ਇਜ਼ ਨਾਟ ਏ ਮੈਨ ਮੇਡ ਇੰਸਟੀਟਿਊਸ਼ਨ। ਇਟ ਇਜ਼ ਮਤਲਬ ਇਹਦਾ ਵਿਕਾਸ ਜਿਹੜਾ ਹੈਗਾ ਉਹ ਸਲੋਲੀ ਆਪਣੇ ਆਪ ਹੋਇਆ ਹੈ। ਸਟੇਟ ਇਜ਼ ਨਾਟ ਆਰਟੀਫਿਸ਼ੀਅਲ ਇੰਸਟੀਟਿਊਟ। ਰਾਜ ਇੱਕ ਬਨਾਵਟੀ ਸੰਸਥਾ ਨਹੀਂ ਹੈ ਕਿ ਜਿਸ ਨੂੰ ਵਿਅਕਤੀ ਨੇ ਜਦੋਂ ਮਰਜ਼ੀ ਬਣਾ ਲਿਆ ਅਤੇ ਜਦੋਂ ਮਰਜ਼ੀ ਵਿਗਾੜ ਦਿੱਤਾ। ਨੋ, ਇੰਡੀਆ ਹੈ, ਸਟੇਟ ਹੈ। ਇਹਨੂੰ ਤੁਸੀਂ ਇਹਨੂੰ ਜਦੋਂ ਦੇ ਜੰਮੇ ਹੋ ਤੁਸੀਂ ਇਹਦੇ ਇੱਕ ਨਾਗਰਿਕ ਹੋ, ਮੈਂਬਰ ਹੋ। ਇਸ ਨੂੰ ਕੋਈ ਵੀ ਜਿਹੜਾ ਹੈਗਾ ਉਹ ਇਹਦੀ ਮੈਂਬਰਸ਼ਿਪ ਰੱਦ ਨਹੀਂ ਕਰ ਸਕਦਾ। ਰਾਜ ਬਾਕੀ ਸੰਘਾਂ ਦੀ ਤਰ੍ਹਾਂ ਸੰਘ ਨਹੀਂ ਹੈ। ਕਿਉਂ ਬੇਟਾ? ਕਿਉਂਕਿ ਅਗਰ ਤੁਸੀਂ ਕੋਈ ਹੋਰ ਇੰਸਟੀਟਿਊਸ਼ਨ ਜੁਆਇਨ ਕਰਦੇ ਹੋ ਜਿਵੇਂ ਬਾਲ ਸੇਵਾ ਗ੍ਰਹਿ ਹੋ ਗਿਆ, ਮਜ਼ਦੂਰ ਸੰਘ ਹੋ ਗਿਆ, ਮਹਿਲਾ ਸੰਘ ਹੋ ਗਿਆ, ਇਹਨਾਂ ਸੰਘਾਂ ਦੀ ਤਾਂ ਤੁਸੀਂ ਪਾਰਟਨਰਸ਼ਿਪ ਜਦੋਂ ਮਰਜ਼ੀ ਲੈ ਲਓ ਅਤੇ ਜਦੋਂ ਮਰਜ਼ੀ ਛੱਡ ਦਿਓ। ਲੇਕਿਨ ਅਗਰ ਤੁਸੀਂ ਇੱਕ ਵਾਰ ਇੰਡੀਆ ਦੇ ਨਾਗਰਿਕ ਬਣ ਗਏ ਤਾਂ ਇੰਡੀਆ ਦੇ ਹੀ ਨਾਗਰਿਕ ਕਹਿਲਾਓਗੇ। ਠੀਕ ਹੈ। ਰਾਜ ਦੇ ਕਾਰਜ ਸੀਮਿਤ ਨਹੀਂ ਕੀਤੇ ਜਾ ਸਕਦੇ। ਤੁਸੀਂ ਸਟੇਟ ਦੇ ਕੰਮਾਂ ਨੂੰ ਜਿਹੜਾ ਹੈਗਾ ਲਿਮਿਟਡ ਨਹੀਂ ਕਰ ਸਕਦਾ ਕਿ ਸਟੇਟ ਕਿਹੜੇ ਕੰਮ ਕਰੇਗੀ ਜਾਂ ਨਹੀਂ। ਰਾਜ ਅਧਿਕਾਰਾਂ ਦਾ ਸੋਮਾ ਹੈ। ਰਾਜ ਅਧਿਕਾਰਾਂ ਦਾ ਰੱਖਿਅਕ ਨਹੀਂ ਬਲਕਿ ਤੁਹਾਨੂੰ ਸਟੇਟ ਰਾਈਟਸ ਮਿਲਦੇ ਹੀ ਉਦੋਂ ਹੈ ਜਦੋਂ ਤੁਸੀਂ ਸਟੇਟ ਦੇ ਮੈਂਬਰ ਹੋ। ਜੰਗਲ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਾਈਟਸ ਦਾ ਕੋਈ ਮਤਲਬ ਨਹੀਂ ਬਣ ਸਕਦਾ। ਮਾਰਕਸਵਾਦੀਆਂ ਦਾ ਆਲੋਚਨਾ। ਇਹ ਕਹਿੰਦੇ ਨੇ ਕਿ ਸਟੇਟ ਜਿਹੜੀ ਹੈਗੀ ਆ ਸਟੇਟ ਨੂੰ ਜ਼ਿਆਦਾਤਰ ਪਾਵਰਸ ਦੇਣ ਦੇ ਨਾਲ ਸਟੇਟ ਉਹਨਾਂ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਜਿਨ੍ਹਾਂ ਕੋਲ ਪੈਸਾ ਹੈ। ਠੀਕ ਹੈ। ਸੋ ਬੇਟਾ ਦਿਸ ਇਜ਼ ਦਾ ਲਿਬਰਲ ਵਿਊ ਆਫ ਪੁਆਇੰਟ। ਠੀਕ ਹੈ। ਹੁਣ ਅਗਲੇ ਲੈਕਚਰ 'ਚ ਆਪਾਂ ਕਰਾਂਗੇ ਮਾਰਕਸਿਸਟ ਵਿਊ ਆਫ ਪੁਆਇੰਟ।